ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਰਾਗ ਆਸਾ ਮਹਲਾ ਪਹਿਲਾ ਪੱਟੀ ਲਿਖੀ ਦੇ ਤੀਸਰੇ, ਚੌਥੇ ਅਤੇ ਪੰਜਵੇਂ ਸਲੋਕ ਸ਼ਬਦ ਦੀ ਵਾਰੀ ਹੈ ਜੀ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਜੀ ਕਿ ਪੱਟੀ ਪੰਜਾਬੀ ਦਾ ਇੱਕ ਸੁਤੰਤਰ ਕਾਵਿ ਰੂਪ ਹੈ ਜੀ, ਅਤੇ ਪੱਟੀ ਨੂੰ ਫੱਟੀ ਵੀ ਕਹਿੰਦੇ ਹਨ, ਤਖਤੀ ਨੂੰ ਵੀ ਕਹਿੰਦੇ ਹਨ ਜੀ, ਜਿਸ ਉੱਤੇ ਜੋ ਵਿਦਿਆਰਥੀ ਨੇ ਉਹ ਲਿਖਣ ਦਾ ਅਭਿਆਸ ਕਰਦੇ ਹਨ ਜੀ, ਪ੍ਰੈਕਟਿਸ ਕਰਦੇ ਹਨ। ਅਤੇ ਇਸ ਪਰੰਪਰਾ ਦੇ ਆਧਾਰ 'ਤੇ ਸਾਹਿਤ ਵਿੱਚ ਇਸ ਰਚਨਾ ਨੂੰ ਪੱਟੀ ਕਿਹਾ ਜਾਣ ਲੱਗ ਪਿਆ, ਅਤੇ ਜਿਸ ਵਿੱਚ ਵਰਨਮਾਲਾ ਦੀ ਅੱਖਰ ਕਰਮ ਅਨੁਸਾਰ ਕਾਵਿਮਈ ਵਿਆਖਿਆ ਪੇਸ਼ ਕੀਤੀ ਗਈ ਹੋਵੇ। ਸਾਡੇ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਵੱਖ-ਵੱਖ ਲਿਪੀਆਂ ਦੀ ਵਰਨ ਸੰਖਿਆ ਦੇ ਆਧਾਰ 'ਤੇ ਦੱਸਿਆ ਹੈ ਜੀ, ਅਤੇ 35 ਅੱਖਰੀ 52 ਅੱਖਰੀ ਕਿਹਾ ਜਾਂਦਾ ਹੈ ਜੀ। ਪੰਜਾਬੀ ਵਿੱਚ ਇਸ ਕਾਵਿ ਰੂਪ ਦਾ ਆਰੰਭ ਇਤਿਹਾਸਕਾਰ ਦੱਸਦੇ ਹਨ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਜੀ। ਵਿਚਾਰਧੀਨ ਪੱਟੀ ਗੁਰਮੁਖੀ ਦੇ ਕਿਸੇ ਪੂਰਵਜ ਲਿਪੀ ਦੇ 35 ਵਰਨਾਂ ਉੱਤੇ ਆਧਾਰਿਤ ਹੈ ਜੀ। ਇਸ ਵਿੱਚ ਰਾੜਾ ਅੱਖਰ ਵੀ ਸ਼ਾਮਲ ਹੈ ਜੀ, ਅਤੇ ਵਰਤਮਾਨ ਗੁਰਮੁਖੀ ਲਿਪੀ ਤੋਂ ਇਸ ਦਾ ਕਰਮ ਕੁਝ ਭਿੰਨ ਹੈ ਜੀ। ਇਸ ਤੋਂ ਚੰਗੀ ਤਰ੍ਹਾਂ ਸਪਸ਼ਟ ਹੈ ਜੀ ਕਿ ਇਸ ਪੱਟੀ ਦੀ ਰਚਨਾ ਤੱਕ ਗੁਰਮੁਖੀ ਦਾ ਵਰਤਮਾਨ ਜੋ ਹੈ ਉਹ ਨਿਸ਼ਚਿਤ ਨਹੀਂ ਸੀ ਹੋਇਆ, ਪਰ ਇਸ ਪੱਟੀ ਦੇ ਅੱਖਰਾਂ ਦੀ ਗਿਣਤੀ 35 ਹੈ, ਇਹ ਜ਼ਰੂਰ ਨਿਸ਼ਚਿਤ ਹੋ ਚੁੱਕਾ ਸੀ ਜੀ। ਸਾਡੇ ਵਿਦਵਾਨ ਇਤਿਹਾਸਕਾਰ ਦੀ ਰਚਨਾ ਕਾਲ ਨਿਸ਼ਚਿਤ ਨਹੀਂ ਹੈ ਜੀ, ਅਤੇ ਪੁਰਾਤਨ ਜਨਮ ਸਾਖੀਆਂ ਅਨੁਸਾਰ ਵੀ ਇਤਿਹਾਸਕਾਰ ਵੀ ਇਹੀ ਕਹਿੰਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 7 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਪਾਂਧੇ ਮਾਸਟਰ ਕੋਲ ਪੜ੍ਹਨ ਵਾਸਤੇ ਲੈ ਗਏ, ਅਤੇ ਉਦੋਂ ਇਸ ਦਾ ਆਰੰਭ ਹੋਇਆ ਜੀ। ਅਤੇ ਕਈ ਜਿਹੜੇ ਵਿਦਵਾਨ ਅਤੇ ਇਤਿਹਾਸਕਾਰ ਨੇ ਉਹ ਇਹਨਾਂ ਗੱਲਾਂ ਵਿੱਚ ਸਹਿਮਤ ਨਹੀਂ ਹੁੰਦੇ ਜੀ। ਇਹ ਬਾਣੀ ਇੱਕ ਕਾਵਿ ਰੂਪ ਹੈ ਜੀ, ਜਿਸ ਨੂੰ ਮੱਧ ਯੁੱਗ ਦੇ ਅਨੇਕ ਸੰਤਾਂ ਅਤੇ ਵਿਦਵਾਨ ਇਤਿਹਾਸਕਾਰਾਂ ਨੇ, ਬਾਣੀਕਾਰਾਂ ਨੇ ਅਪਣਾਇਆ ਹੈ ਜੀ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਤ ਕਬੀਰ ਜੀ ਨੇ ਵੀ ਕਰਮਵਾਰ ਪੱਟੀ ਅਤੇ 52 ਅੱਖਰੀਆਂ ਲਿਖੀਆਂ ਹਨ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਓਂਕਾਰ ਨਾਂ ਦੀ ਬਾਣੀ ਵੀ ਇਸੇ ਪਰੰਪਰਾ ਦੀ ਰਚਨਾ ਹੈ ਜੀ। ਇਸ ਬਾਣੀ ਦੀਆਂ 35 ਪੌੜੀਆਂ ਸਲੋਕ ਸ਼ਬਦ ਹਨ ਜੀ, ਅਤੇ ਇਹਨਾਂ ਸਲੋਕਾਂ ਦੁਆਰਾ ਕਰਤਾ ਪੁਰਖ ਪਰਮੇਸ਼ਰ ਦੀ ਉਸਤਤ ਕਰਕੇ ਉਸ ਕਰਤਾ ਪੁਰਖ ਦੀ ਪ੍ਰਾਪਤੀ ਉੱਤੇ ਬਲ ਦਿੱਤਾ ਹੈ ਜੀ। ਦਾਰਸ਼ਨਿਕ ਅਤੇ ਧਾਰਮਿਕ ਸਿਧਾਂਤਾਂ ਦੀ ਭਾਵਨਾਤਮਕ ਅਧਿਆਤਮਿਕ ਹੁੰਦੀ ਗਈ ਜੀ, ਅਤੇ ਇਸ ਵਿੱਚ ਸਮਝਾਇਆ ਗਿਆ ਹੈ ਜੀਵ ਪ੍ਰਾਣੀ ਨੂੰ, ਮਨੁੱਖ ਨੂੰ, ਕਿ ਹੇ ਮੂਰਖ, ਤੂੰ ਕਿਸ ਲਈ ਭੁੱਲਦਾ ਹੈ, ਕਿ ਤੂੰ ਕਿਸ ਲਈ ਪੜ੍ਹਿਆ ਹੋਇਆ ਇੰਨਾ ਜ਼ਿਆਦਾ। ਅਸਲ ਪੜ੍ਹਿਆ ਲਿਖਿਆ ਤੂੰ ਉਹੀ ਜਦ ਸਮਝਿਆ ਜਾਵੇਗਾ ਜਦੋਂ ਆਪਣੇ ਕਰਮਾਂ ਦਾ ਲੇਖਾ ਦੇ ਚੁੱਕਾ ਹੋਵੇਗਾ। ਰਹਾਉ ਤੋਂ ਬਾਅਦ ਸਾਰੇ ਅੱਖਰ ਜੋ ਹਨ ਅਧਿਆਤਮਿਕ ਅੱਖਰਾਂ ਦੁਆਰਾ ਸਪਸ਼ਟ ਕੀਤਾ ਗਿਆ ਹੈ ਜੀ ਕਿ ਕਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਕੇਵਲ ਅਤੇ ਕੇਵਲ ਕਰਤਾ ਪੁਰਖ ਪਰਮੇਸ਼ਰ ਆਪ ਹੈ ਜੀ। ਉਹ ਸਤ ਸਰੂਪ ਵਾਲਾ
ਤੇ ਦਾਤਾਂ ਦੇਣ ਵਾਲਾ ਹੈ ਜੀ, ਤੇ ਉਸੇ ਦਾ ਹੀ ਹੁਕਮ ਸਾਰੀ ਸ੍ਰਿਸ਼ਟੀ ਵਿੱਚ ਚੱਲਦਾ ਹੈ ਜੀ। ਤੇ ਉਸ ਦੇ ਅਨੰਤ ਦੀ ਉਪਮਾ ਕਿਸ ਨਾਲ ਦਿੱਤੀ ਜਾਵੇ? ਗੁਰਮੁਖ ਸ਼ਬਦ ਗੁਰਬਾਣੀ ਨਾਮ ਅਤੇ ਸੱਚ ਦੀ ਕਮਾਈ ਨਾਲ ਹੀ ਇਸ ਮੁਕਤੀ ਦਾ ਫਲ ਮਿਲ ਸਕਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਬ੍ਰਹਮ ਗਿਆਨ ਨੂੰ ਜਾਣਨ ਵਾਲੇ ਹੀ ਵਾਸਤਵਿਕ ਰੂਪ ਵਿੱਚ ਪੜ੍ਹੇ ਹੋਏ ਪੰਡਤ ਹਨ ਜੀ। ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਹੀ ਗੁਰਮੁਖ ਸੇਵਕ ਹਨ ਜੀ। ਮਾਇਆਵੀ ਰੂਪੀ ਛਾਇਆ ਉਹ ਕਰਤਾਪੁਰ ਪਰਮੇਸ਼ਰ ਨੇ ਪ੍ਰਾਪਤ ਕੀਤੀ ਹੋਈ ਜੀ। ਗੁਰੂ ਜੀ ਆਖਦੇ ਹਨ, ਵਰਤ ਦੇ ਧੰਦਿਆਂ ਨੂੰ ਛੱਡ ਕੇ ਜੀਵ ਪ੍ਰਾਣੀ ਨੂੰ, ਮਨੁੱਖ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਰ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਜੀ। ਕੇਵਲ ਅਤੇ ਕੇਵਲ ਪਰਮੇਸ਼ਰ ਹਰ ਦੀ ਸ਼ਰਨ ਵਿੱਚ ਜਾਣ ਨਾਲ ਮਾਨਸਿਕ ਸ਼ਾਂਤੀ, ਸੁੱਖ ਪ੍ਰਾਪਤ ਹੁੰਦਾ ਹੈ ਜੀ। ਇਸ ਬਾਣੀ ਦੇ 35 ਸਲੋਕਾਂ ਦੀਆਂ 2-2 ਤੁਕਾਂ ਹਨ ਜੀ। ਰਹਾਉ ਦੀਆਂ ਤੁਕਾਂ ਇਹਨਾਂ ਤੋਂ ਇਲਾਵਾ ਹਨ ਜੀ। ਇਸ ਦੀ ਭਾਸ਼ਾ ਸਰਲ ਅਤੇ ਬਹੁਤ ਮਧੁਰ ਗੁਣਾਂ ਵਾਲੀ ਹੈ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਇਸ ਬਾਣੀ ਸ਼ਬਦਾਂ ਦਾ ਉਚਾਰਨ ਕਰੀਏ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ, ਭੱਟੀ ਲਿਖੀ। ਤੀਸਰਾ ਸ਼ਲੋਕ। ਊੜੇ ਉਪਮਾ ਤਾਕੀ ਕੀਜੇ, ਜਾ ਕਾ ਅੰਤ ਨ ਪਾਇਆ। ਸੇਵਾ ਕਰੇ ਸਹੀ ਫਲ ਪਾਵੇ, ਜਿਨੀ ਸੱਚ ਕਮਾਇਆ। ਊੜੇ ਉਪਮਾ ਤਾਕੀ ਕੀਜੇ, ਜਾ ਕਾ ਅੰਤ ਨ ਪਾਇਆ। ਸੇਵਾ ਕਰੇ ਸਹੀ ਫਲ ਪਾਵੇ, ਜਿਨੀ ਸੱਚ ਕਮਾਇਆ। ਚੌਥਾ ਸ਼ਲੋਕ ਜੀ। ਗੰਗੇ ਗਿਆਨ ਬੁਝੇ ਜੇ ਕੋਈ, ਪੜ੍ਹਿਆ ਪੰਡਤ ਸੋਈ। ਸਰਬ ਜੀਆਂ ਮੈਂ ਏਕੋ ਜਾਣੇ, ਤਾ ਹਉਮੈ ਕਹੇ ਨ ਕੋਈ। ਗੰਗੇ ਗਿਆਨ ਬੁਝੇ ਜੇ ਕੋਈ, ਪੜ੍ਹਿਆ ਪੰਡਤ ਸੋਈ। ਸਰਬ ਜੀਆਂ ਮੈਂ ਏਕੋ ਜਾਣੇ, ਤਾ ਹਉਮੈ ਕਹੇ ਨ ਕੋਈ। ਪੰਜਵਾਂ ਸ਼ਲੋਕ ਜੀ। ਕੱਕੇ ਕੇਸ ਪੁੰਡਰ ਜਬ ਹੂਏ, ਵਿਣਸਾ ਬੁਣੇ ਉਜਲਿਆ। ਜਮ ਰਾਜੇ ਕੇ हेरु ਆਏ, ਮਾਇਆ ਕੇ ਸੰਗਲ ਬੰਧ ਲਿਆ। ਕੱਕੇ ਕੇਸ ਪੰਡੁਰ ਜਬ ਹੂਏ, ਵਿਣਸਾ ਬੁਣੇ ਉਜਲਿਆ। ਜਮ ਰਾਜੇ ਕੇ हेरु ਆਏ, ਮਾਇਆ ਕੇ ਸੰਗਲ ਬੰਧ ਲਿਆ। ਇਹਨਾਂ ਸ਼ਲੋਕਾਂ ਸ਼ਬਦਾਂ ਵਿੱਚ ਗੁਰੂ ਜੀ ਆਖਦੇ ਹਨ, ਊੜੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਉਪਮਾ ਕਿਹਦੀ ਕਰਨੀ ਹੈ ਜੀ? ਉਪਮਾ ਉਸ ਕਰਤਾ ਪੁਰਖ ਪਰਮੇਸ਼ਰ ਦੀ ਕਰੀਏ ਜੀ, ਜੋ ਕਿ ਸਭ ਦਾਤਾ ਦੇਣ ਵਾਲਾ ਹੈ ਅਤੇ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚ ਦੀ ਕਮਾਈ ਕੀਤੀ ਹੈ ਜੀ, ਅਤੇ ਜੋ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਦੇ ਹਨ ਜੀ, ਗੁਰੂ ਜੀ ਆਖਦੇ ਹਨ, ਉਹੀ ਗੁਰਮੁਖ ਸਾਧਕ ਇਸ ਦਾ ਫਲ ਪਾਉਂਦੇ ਹਨ ਜੀ। ਫਿਰ ਗੰਗਾ ਸ਼ਲੋਕ ਦੁਆਰਾ ਗੁਰੂ ਜੀ ਕਹਿੰਦੇ ਹਨ, ਗੰਗੇ ਗਿਆਨ ਬੁਝੇ ਜੇ ਕੋਈ, ਪੜ੍ਹਿਆ ਪੰਡਤ ਸੋਈ। ਸਰਬ ਜੀਆਂ ਮੈਂ ਏਕੋ ਜਾਣੇ, ਤਾਂ ਹਉਮੈ ਕਹੇ ਨ ਕੋਈ। ਗੰਗੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜਿਸ ਕਿਸੇ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਤਮਿਕ ਗਿਆਨ ਹਾਸਲ ਕੀਤਾ ਹੈ, ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਸੋਝੀ ਹੋ ਜਾਏ, ਉਹੀ ਪੜ੍ਹੇ ਹੋਏ ਪੰਡਤ ਹਨ, ਉਹੀ ਪੜ੍ਹੇ ਹੋਏ ਇਤਿਹਾਸਕਾਰ ਵਿਦਵਾਨ ਹਨ ਜੀ। ਉਹੀ ਅਸਲ ਵਿੱਚ ਪੜ੍ਹੇ ਹਨ। ਬਾਕੀ ਕਿਤਾਬਾਂ ਪੜ੍ਹ ਕੇ
ਕੋਈ ਪੜ੍ਹਿਆ ਨਹੀਂ ਹੋ ਜਾਂਦਾ ਜੀ, ਡਿਗਰੀਆਂ ਹਾਸਲ ਕਰਕੇ ਕੋਈ ਪੜ੍ਹਿਆ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਆਖਦੇ ਹਨ ਕਿ ਜੋ ਗੁਰਮੁਖ ਸਾਰੀ ਸ੍ਰਿਸ਼ਟੀ, ਸਾਰੇ ਜੀਵਾਂ ਵਿੱਚ ਕੇਵਲ ਅਤੇ ਕੇਵਲ ਇੱਕ ਪਰਮੇਸ਼ਰ ਨੂੰ ਵਸਦਾ ਜਾਣਦੇ ਹਨ ਜੀ, ਗੁਰੂ ਜੀ ਕਹਿੰਦੇ ਹਨ, ਤਾਂ ਉਹ ਗੁਰਮੁਖ ਕਦੀ ਹਉਮੈ ਦੀ ਕੋਈ ਗੱਲ ਨਹੀਂ ਕਰ ਸਕਦੇ ਜੀ। ਫਿਰ 5ਵੇਂ ਸ਼ਲੋਕ ਵਿੱਚ ਗੁਰੂ ਜੀ ਆਖਦੇ ਹਨ, ਕੱਕੇ ਕੇਸ ਪੁੰਡਰ ਜਬ ਹੋਏ, ਬਿਨਸਾ ਬੂਣੇ ਉਜਲਿਆ, ਜਮ ਰਾਜੇ ਕੇ ਹੀਰੂ ਆਏ, ਮਾਏ ਕੇ ਸੰਗਲ ਬੰਧ ਲਿਆ। ਗੁਰੂ ਜੀ ਕੱਕਾ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਜੀ ਕਿ ਜਦੋਂ ਕਿਸੇ ਮਨੁੱਖ ਦੇ ਕੇਸ ਚਿੱਟੇ ਹੋ ਜਾਣ ਅਤੇ ਬਿਨਾਂ ਸਾਬਣ ਲੱਗਿਆਂ ਹੀ ਸਫੇਦ ਹੋ ਜਾਣ, ਭਾਵ ਜਦੋਂ ਬੁਢੇਪਾ ਆ ਜਾਏ ਤਾਂ ਵਾਲ ਚਿੱਟੇ ਹੋ ਜਾਂਦੇ ਹਨ ਜੀ, ਤਾਂ ਸਮਝੋ ਕਿ ਤੁਹਾਡਾ ਅੰਤ ਹੋਣ ਵਾਲਾ ਹੈ ਜੀ, ਭਾਵ ਉਮਰ ਖਤਮ ਹੋਣ ਵਾਲੀ ਹੈ ਜੀ। ਤਾਂ ਇਸ ਤਰ੍ਹਾਂ ਜਾਣੋ ਕਿ ਜਮਰਾਜ ਦੇ ਦੂਤ ਆ ਗਏ ਹਨ ਜੀ, ਅਤੇ ਉਹਨਾਂ ਦੂਤਾਂ ਨੇ ਉਹਨਾਂ ਜੀਵਾਂ ਨੂੰ ਮਾਇਆਵੀ ਸੰਸਾਰਿਕ ਬੰਧਨਾਂ ਕਰਕੇ ਬੰਨ੍ਹ ਲਿਆ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।